Good morning, everyone. I am Mukul Mittal from Government Polytechnic College from Girls Patiala, going to deliver my lecture on digital instruments. Before I discuss various types of digital instruments, I want to tell you why these digital instruments are used, why we need we have to convert our analog signal to the digital, and then it is processed by the various instruments. Now, अगर अपने को एनालॉग सिग्नल ਸੀ ਤਾਂ ਫਿਰ ਡਿਜੀਟਲ ਦੀ ਕੀ ਜ਼ਰੂਰਤ ਪਈ। ਤੁਹਾਨੂੰ ਸਭ ਤੋਂ ਇੰਪੋਰਟੈਂਟ ਚੀਜ਼ ਪਤਾ ਹੋਏਗੀ ਕਿ ਡਿਜੀਟਲ ਦੇ ਵਿੱਚ ਆਪਾਂ ਆਪਣੇ ਕੋਲ ਮੈਮਰੀ ਅਵੇਲੇਬਲ ਹੈ, ਬਟ ਐਨਾਲੌਗ ਦੇ ਵਿੱਚ ਆਪਣੇ ਕੋਲ ਮੈਮਰੀ ਅਵੇਲੇਬਲ ਨਹੀਂ ਹੈ। ਅਗਰ ਆਪਾਂ ਕੋਈ ਵੀ ਐਨਾਲੌਗ ਸਿਗਨਲ ਸਟੋਰ ਕਰਨਾ ਹੈ ਤਾਂ ਉਹਨੂੰ ਆਪਾਂ ਨੂੰ ਕਿਸੇ ਮੈਮਰੀ ਦੇ ਵਿੱਚ ਸਟੋਰ ਕਰਨਾ ਪਏਗਾ, ਅਤੇ ਮੈਮਰੀ ਜੋ ਵੈਲਿਊ ਲੈਂਦੀ ਹੈ ਦੈਟ ਇਜ਼ ਯੋਰ ਡਿਜੀਟਲ ਵੈਲਿਊ। So, to store any type of values from the given instruments, we require your digital instruments. That's why digital instruments are used today as as a system with more priorities. Now, why digital instruments is required over analog instruments? क्योंकि the output of digital systems can be given to disk for storage and future computations। मैं ਤੁਹਾਨੂੰ ਪਹਿਲੇ ਹੀ ਕਿਹਾ ਸੀ ਕਿ ਐਨਾਲੌਗ ਦੇ ਵਿੱਚ ਵੈਲਿਊ ਜੋ ਹੈ ਉਹ ਪ੍ਰੋਪਰਲੀ ਸਟੋਰ ਨਹੀਂ ਹੁੰਦੀ, ਬਟ ਡਿਜੀਟਲ ਇੰਸਟਰੂਮੈਂਟ ਦੇ ਵਿੱਚ ਜਦੋਂ ਵੀ ਕੰਪਿਊਟ ਕਰਨ ਤੋਂ ਬਾਅਦ ਆਪਾਂ ਉਸ ਵੈਲਿਊ ਨੂੰ ਸਟੋਰ ਕਰ ਸਕਦੇ ਹਾਂ ਫॉर द ਫਿਊਚਰ ਯੂਜ਼। ਦ ਰੀਡਿੰਗਸ ਆਰ ਕਲੀਅਰਲੀ ਇੰਡੀਕੇਟਿਡ ਇਨ ਡੈਸੀਮਲ ਨੰਬਰਸ। ਐਨਾਲੌਗ ਦੇ ਵਿੱਚ ਆਪਾਂ ਨੂੰ ਵੈਲਿਊ ਆਪਣੇ ਆਪ ਅਟੇਨ ਕਰਨੀ ਪੈਂਦੀ ਹੈ ਬਾਈ ਵਿਜ਼ੂਅਲਾਈਜ਼ਿੰਗ ਇਟ। ਤਾਂ ਬਟ ਡਿਜੀਟਲ ਦੇ ਵਿੱਚ ਆਪਣੇ ਕੋਲ ਡਾਇਰੈਕਟ ਵੈਲਿਊ ਇਜ਼ ਸ਼ੋਨ। ਜਿਵੇਂ ਕਿ ਆਪਾਂ 53.35 ਵੋਲਟਸ ਇੱਕ ਜਰਨਲ ਵੈਲਿਊ ਲੈ ਰਹੇ ਹਾਂ ਕਿ 53.3 ਵੋਲਟਸ ਹੈ, ਇਹ ਵੈਲਿਊ ਹੈ। ਐਨਾਲੌਗ ਦੇ ਵਿੱਚ ਆਪਾਂ ਨੂੰ ਉਹ ਮੀਟਰ ਸਕੇਲ ਦੇ ਉੱਤੇ ਆਪਣੇ ਆਪ ਰੀਡ ਕਰਨੀ ਪਏਗੀ ਬਾਈ ਦ ਵੇਰੀਅਸ ਪੈਰਾਮੀਟਰਸ। ਬਟ ਡਿਜੀਟਲ ਦੇ ਵਿੱਚ ਜਿਹੜੀ ਉਹ ਵੈਲਿਊ ਹੈ ਦੈਟ ਇਜ਼ 53.3 ਵੋਲਟਸ ਇਜ਼ ਡਾਇਰੈਕਟਲੀ ਡਿਸਪਲੇਡ, ਅਤੇ ਆਪਾਂ ਉੱਥੋਂ ਡਾਇਰੈਕਟਲੀ ਆਪਣੀ ਵੈਲਿਊ ਨੂੰ ਵਿਜ਼ੂਅਲਾਈਜ਼ ਕਰ ਸਕਦੇ ਹਾਂ ਅਤੇ ਦੇਖ ਸਕਦੇ ਹਾਂ। The resolution of digital instruments is more than the analog instruments। ਜਿਹੜੀ resolution ਹੈ digital instruments ਦੀ ਉਹ ਜ਼ਿਆਦਾ ਹੁੰਦੀ ਹੈ than analog, and readings can be carried up to any number of significant digits by placing the decimal points, so accuracy can be increased। ਹੁਣ ਡਿਜੀਟਲ ਇੰਸਟਰੂਮੈਂਟਸ ਦੇ ਵਿੱਚ ਆਪਾਂ ਐਕੂਰੇਸੀ ਇਨਕਰੀਜ਼ ਕਰਨੀ ਹੋਵੇ ਤਾਂ ਆਪਾਂ ਉਹਨੂੰ ਇਵੇਂ ਕਰ ਸਕਦੇ, ਜਿਵੇਂ ਮੇਰੇ ਕੋਲ ਡਿਜੀਟਲਾਈਜ਼ਡ ਵੈਲਿਊ ਹੈ ਦੈਟ ਇਜ਼ 53.3 ਵੋਲਟਸ, ਤਾਂ ਮੈਂ ਇਸ ਦੀ ਹੋਰ ਜ਼ਿਆਦਾ ਐਕੂਰੇਸੀ ਇਨਕਰੀਜ਼ ਕਰਨੀ ਹੈ ਤਾਂ ਮੈਨੂੰ ਕਿਵੇਂ ਕਰੂੰਗਾ 53.54325। ਮਤਲਬ ਮੈਂ ਆਪਣੀ ਜਿਹੜੀ ਪੁਆਇੰਟ ਤੋਂ ਬਾਅਦ ਜਿਹੜੀ ਡੈਸੀਮਲ ਪਲੇਸਿਸ ਹੈ ਉਹ ਇਨਕਰੀਜ਼ ਕਰਤੀਆਂ, ਮਤਲਬ ਉਸ ਦੇ ਨਾਲ ਮੇਰੀ ਜੋ ਵੈਲਿਊ ਦੀ ਐਕੂਰੇਸੀ ਹੈ ਹੋਰ ਜ਼ਿਆਦਾ ਇਨਕਰੀਜ਼ ਹੋ ਗਈ। In this way, the accuracy can be increased in digital system with comparison to the analog systems। ਐਨਾਲੌਗ ਸਿਸਟਮ ਦੇ ਵਿੱਚ ਆਪਾਂ ਇਸ ਤਰ੍ਹਾਂ ਆਪਣੀ ਐਕੂਰੇਸੀ ਨੂੰ ਇਨਕਰੀਜ਼ ਨਹੀਂ ਕਰ ਸਕਦੇ, ਜਸਟ ਵਿਜ਼ੂਅਲਾਈਜ਼ਿੰਗ ਵੇਲੇ ਆਪਾਂ ਆਪਣੀ ਮੀਟਰ ਰੀਡਿੰਗ ਨੂੰ ਸੈੱਟ ਕਰਕੇ ਉਸ ਦੇ ਕੋਰਸਪੋਂਡਿੰਗਲੀ ਰੀਡਿੰਗ ਲੈ ਸਕਦੇ ਹਾਂ। ਬਟ ਡਿਜੀਟਲ ਇੰਸਟਰੂਮੈਂਟਸ ਦੇ ਵਿੱਚ ਅਗਰ ਆਪਾਂ ਡੈਸੀਮਲ ਪਲੇਸਿਸ ਨੂੰ ਇਨਕਰੀਜ਼ ਕਰ ਦਿੰਦੇ ਹਾਂ ਤਾਂ ਆਪਣੀ ਐਕੂਰੇਸੀ ਕੈਨ ਬੀ ਇਨਕਰੀਜ਼ ਕੀਤੀ ਜਾ ਸਕਦੀ ਹੈ। ਦਿਸ ਇਜ਼ ਦ ਮੇਨ ਐਡਵਾਂਟੇਜ ਆਫ ਦ ਡਿਜੀਟਲ ਇੰਸਟਰੂਮੈਂਟਸ। ਬੇਸਿਕਲੀ ਜਿਹੜੀ ਵੀ ਰਿਕੁਆਇਰਮੈਂਟ ਹੈ ਆਫ ਡਿਜੀਟਲ ਇੰਸਟਰੂਮੈਂਟਸ ਦੀ ਉਹ ਇਹੀ ਹੈ ਕਿ ਆਪਾਂ ਜੋ ਵੈਲਿਊ ਲੈ ਰਹੇ ਹਾਂ ਉਹਨੂੰ ਆਪਾਂ ਸਟੋਰ ਕਰ ਸਕੀਏ ਕਿਤੇ ਨਾ ਕਿਤੇ, ਅਤੇ ਉਹਨੂੰ ਫਿਊਚਰ ਯੂਜ਼ ਵਿੱਚ ਉਹਨੂੰ ਪ੍ਰੋਸੈਸ ਵੀ ਕਰ ਸਕੀਏ, ਜੋ ਐਨਾਲੌਗ ਇੰਸਟਰੂਮੈਂਟਸ ਵਿੱਚ ਪੋਸੀਬਲ ਨਹੀਂ ਹੈ। ਬਿਕੋਜ਼ ਇਨ ਐਨਾਲੌਗ ਇੰਸਟਰੂਮੈਂਟ ਦ ਵੈਲਿਊ ਇਜ਼ ਕੰਟੇਨਡ ਐਟ every instant of time, but in digital instruments there are only two logics are available, one is logic 0 or 1, which can be easily stored in the flip flops। So that's why we are using your digital instruments over your analog instruments। ਨੈਕਸਟ ਇਜ਼ ਹੁਣ ਜਿਹੜੇ ਇਸ ਲੈਕਚਰ ਦੇ ਵਿੱਚ ਆਪਾਂ ਸਟੱਡੀ ਕਰਾਂਗੇ ਦੈਟ ਇਜ਼ ਯੋਰ ਡਿਜੀਟਲ ਵੋਲਟ ਮੀਟਰਸ, digital multimeters, digital frequency meter। digital voltmeter to measure your voltage digitally, and digital multimeters to measure your current, voltage or resistance digitally। That means a given particular value is displayed on the screen। Next is your digital frequency meter, the frequency is displayed on the screen। Then your digital interval measurements, digitally period or ratio measurement, the various digital troubleshooting instruments like your digital probes, comparators, pulsar, digital analyzer or signature analyzers। These are the topics which I will discuss today in this lecture। Next is your digital voltmeters।
ਹੁਣ ਤੁਹਾਡੇ ਕੋਲ ਜੋ ਵੋਲਟ ਮੀਟਰ ਹੈ, ਤੁਸੀਂ ਦੇਖਿਆ ਹੋਏਗਾ ਐਨਾਲੌਗ ਵੋਲਟ ਮੀਟਰ, ਕਿ ਆਪਾਂ ਰੀਡਿੰਗ ਲੈਂਦੇ ਹਾਂ ਟੂ ਦਾ ਮੀਟਰ ਅਤੇ ਆਪਾਂ ਉਹ ਰੀਡਿੰਗ ਨੂੰ ਡਿਸਪਲੇ ਕਰਵਾ ਦਿੰਦੇ ਹਾਂ। ਬਟ ਇਨ ਡਿਜੀਟਲ ਵੋਲਟ ਮੀਟਰ ਅ ਡਾਇਰੈਕਟ ਵੈਲਿਊ ਇਜ਼ ਡਿਸਪਲੇਡ ਔਨ ਦ ਸਕਰੀਨ। मतलब अगर मेरे को वोल्टेज आ रही है 52.2 वोल्ट्स हैं तो 52.2 इज़ डिस्पलेड ऑन द स्क्रीन इंस्टेड ऑफ इट इज़ एनालाइज्ड बाय अस। ਤਾਂ ਇਸ ਦੇ ਨਾਲ ਕੀ ਹੁੰਦਾ, ਜੋ ਹਿਊਮਨ ਐਰਰ ਹੈ ਉਹ ਕੰਪਲੀਟਲੀ ਰਿਮੂਵ ਹੋ ਜਾਂਦੀ ਹੈ, ਐਜ਼ ਵੈਲ ਐਜ਼ ਦਾ ਪੈਰਾਲੈਕਸ ਐਰਰ ਵਿਚ ਇਜ਼ ਦੇਅਰ ਵੈਨ ਵੀ ਆਰ ਟੇਕਿੰਗ ਦ ਰੀਡਿੰਗ ਫਰੋਮ ਐਨਾਲੌਗਸ ਇੰਸਟਰੂਮੈਂਟਸ, ਉਹ ਵੀ ਰਿਮੂਵ ਹੋ ਜਾਂਦੀ ਹੈ ਐਂਡ ਅ ਡਾਇਰੈਕਟ ਰੀਡਿੰਗ ਇਜ਼ ਡਿਸਪਲੇਡ ਔਨ ਦ ਸਕਰੀਨ। ਨਾਓ ਆਪਣੇ ਕੋਲ ਜਿਹੜੇ ਡਿਜੀਟਲ ਇੰਸਟਰੂਮੈਂਟਸ ਜਾਂ ਡਿਜੀਟਲ ਵੋਲਟ ਮੀਟਰਸ ਹੈ ਕਾफ़ी ਤਰ੍ਹਾਂ ਦੇ। ਵਨ ਇਜ਼ ਯੋਰ ਇੰਟੀਗ੍ਰੇਟਿੰਗ ਟਾਈਪ, ਅਨਦਰ ਇਜ਼ ਯੋਰ ਨੋਨ ਇੰਟੀਗ੍ਰੇਟਿੰਗ ਟਾਈਪ। ਪਹਿਲਾਂ ਆਪਾਂ ਨੋਨ ਇੰਟੀਗ੍ਰੇਟਿੰਗ ਟਾਈਪ ਡਿਸਕਸ ਕਰਦੇ ਹਾਂ। ਨੋਨ ਇੰਟੀਗ੍ਰੇਟਿੰਗ ਟਾਈਪ ਦੇ ਵਿੱਚ ਆਪਣੇ ਕੋਲ ਦੋ ਤਰ੍ਹਾਂ ਦੇ ਹੁੰਦੇ ਆ, ਵਨ ਇਜ਼ ਯੋਰ ਰੈਂਪ ਟਾਈਪ, ਅਨਦਰ ਇਜ਼ ਯੋਰ ਸਟੇਅਰਕੇਸ। ਆਪਾਂ ਵਨ ਬਾਏ ਵਨ ਡਿਸਕਸ ਕਰਾਂਗੇ। ਫਸਟ ਇਜ਼ ਯੋਰ ਰੈਂਪ ਟਾਈਪ ਨੋਨ ਇੰਟੀਗ੍ਰੇਟਿੰਗ DVMs। ਅਤੇ ਇਸ ਦੇ ਵਿੱਚ ਆਪਾਂ ਕੀ ਕਰਦੇ ਹਾਂ, ਹੁਣ ਮੇਰੇ ਕੋਲ ਕੋਈ ਵੀ ਇੱਕ ਪਰਟੀਕੂਲਰ ਅਨਨੋਨ ਵੈਲਿਊ ਹੈ ਜੋ ਮੈਂ ਮੇਜਰ ਕਰਨੀ ਹੈ। मैं वही कह रहा ना कि डिजिटल वोल्ट मीटर है, तो डिजिटल वोल्ट मीटर ने कोई ना कोई वोल्टेज मेजर करनी है ऑफ अ गिवन सिग्नल। तो मेरे को जी अननोन वोल्टेज होएगी, सी दिस डायग्राम। इस डायग्राम ਦੇ ਵਿੱਚ ਮੈਂ अननोन वोल्टेज एक ले ली दैट इज़ 10 वोल्ट्स। ये 10 वोल्ट्स हैं, ये अननोन वोल्टेज है, ਆਪਾਂ ਨੂੰ ਪਤਾ नहीं है कि 10 वोल्ट्स हैं। मैं की किता, मैं एक रैम्प सिग्नल लिता जिसकी वैल्यू सी स्टार्टिंग फ्रॉम -12 वोल्ट्स टू द +12 वोल्ट्स। सिग्नल लिता जो एक नोन सिग्नल है दैट इज़ फ्रॉम -12 वोल्ट्स टू द +12 वोल्ट्स। ਹੁਣ ਜਿਹੜਾ ਇਹ ਸਿਗਨਲ ਹੈ ਉਹ ਰੈਂਪ ਦੇ ਫਾਰਮ ਦੇ ਵਿੱਚ ਇਨਕਰੀਜ਼ ਕਰੇਗਾ ਫਰੋਮ -12 ਵੋਲਟਸ ਟੂ ਦ +12 ਵੋਲਟਸ। ਅਤੇ ਵਿੱਚ ਵਿਚਾਲੇ ਮੈਂ ਇੱਕ ਜੋ ਆਪਣਾ ਸਿਗਨਲ ਨੂੰ ਮੇਜਰ ਕਰਨਾ ਹੈ ਉਹ ਲਗਾ ਲਿਆ। मतलब मैं की कर रहे हैं, मैं अपने अननोन सिग्नल ਨੂੰ ਜਿਸਦੀ ਵੋਲਟੇਜ ਨੂੰ ਮੈਂ ਮੇਜਰ ਕਰਨਾ ਹੈ ਉਹਨੂੰ ਮੈਂ ਕੰਪੇਅਰ ਕਰ ਰਹੇ ਵਿਦ ਦ ਨੋਨ ਵੋਲਟੇਜ ਸਿਗਨਲ। ਹੁਣ ਇਹ ਅਨਨੋਨ ਵੋਲਟੇਜ ਸਿਗਨਲ ਸੀ 10 ਵੋਲਟਸ ਦਾ, ਅਤੇ ਮੈਂ 12 ਵੋਲਟਸ ਲੈ ਕੇ ਉਹਨੂੰ ਰੈਂਪ ਫੰਕਸ਼ਨ ਲਗਾਤਾ। ਜਿਵੇਂ ਹੀ ਇਹ ਰੈਂਪ ਰਾਈਜ਼ ਕਰੇਗਾ ਅਤੇ ਇੱਥੇ ਫਸਟ ਪੁਆਇੰਟ 'ਤੇ ਕੱਟ ਕਰੇਗਾ, ਇਸ ਟਾਈਮ ਇੱਕ ਗੇਟ ਜੋ ਹੈ ਔਨ ਹੋ ਜਾਏਗਾ। ਗੇਟ ਮਤਲਬ ਕੀ ਹੈ, ਉੱਥੋਂ ਪਲਸਿਸ ਜਾਣੀਆਂ ਸ਼ੁਰੂ ਹੋ ਜਾਣਗੀਆਂ। ਪਲਸਿਸ ਵਿਲ ਸਟਾਰਟ ਮੂਵਿੰਗ ਫਰੋਮ ਟੂ ਦ ਡਿਸਪਲੇ ਦੇ ਉੱਤੇ ਪਲਸਿਸ ਜਾਣੀਆਂ ਸ਼ੁਰੂ ਹੋ ਜਾਣਗੀਆਂ, ਯਾਰ ਨੰਬਰ ਆਫ ਪਲਸਿਸ ਜਾਣੀਆਂ ਡਿਸਪਲੇ 'ਤੇ ਸ਼ੁਰੂ ਹੋ ਜਾਣਗੀਆਂ। ਜਦੋਂ ਹੀ ਇੱਥੇ 0 ਵੋਲਟ 'ਤੇ ਇਸ ਰੈਮ ਸਿਗਨਲ ਨੇ ਉਹਨੂੰ ਕੱਟ ਕੀਤਾ ਤਾਂ ਇੱਥੋਂ ਜੋ ਸਿਗਨਲ ਸੀ, ਇੱਥੋਂ ਗੇਟ ਕੀ ਹੈ ਓਪਨ ਹੋ ਗਿਆ। ਅਤੇ ਇਹ ਉਦੋਂ ਤੱਕ ਜਦੋਂ ਰੈਮ ਫੰਕਸ਼ਨ ਰਾਈਜ਼ ਕਰਦਾ ਰਿਹਾ, ਅਤੇ ਜਦੋਂ ਇਹ ਕੱਟ ਕੀਤਾ ਵਿਦ ਦ ਵੋਲਟੇਜ ਦੈਟ ਇਜ਼ ਅਨਨੋਨ ਵੋਲਟੇਜ, ਜਦੋਂ ਉਸ ਵੋਲਟੇਜ ਨਾਲ ਕੱਟ ਕੀਤਾ ਤਾਂ ਆਪਣਾ ਜਿਹੜਾ ਗੇਟ ਹੈ ਉਹ ਬੰਦ ਹੋ ਜਾਏਗਾ। ਮਤਲਬ ਕੀ ਹੈ, ਆਪਣੇ ਕੋਲ ਰੀਡਿੰਗ ਆ ਜਾਏਗੀ ਬਿਟਵੀਨ ਦਿਸ ਪੁਆਇੰਟ ਟੂ ਦਿਸ ਪੁਆਇੰਟ। ਦੈਟ ਮੀਨਸ ਇੱਥੇ ਤੋਂ ਲੈ ਕੇ ਇੱਥੇ ਤੱਕ ਆਪਣੇ ਕੋਲ ਨੰਬਰ ਆਫ ਪਲਸਿਸ ਆਰ ਜਨਰੇਟਡ ਬਾਈ ਯੋਰ ਗੇਟ ਵੈਨ ਇਟ ਇਜ਼ ਓਪਨ ਐਂਡ ਵੈਨ ਗੇਟ ਇਜ਼ ਕਲੋਜ਼ਡ। ਤਾਂ ਹੁਣ ਤੁਹਾਡੇ ਕੋਲ ਨੰਬਰ ਆਫ ਪਲਸਿਸ ਅਵੇਲੇਬਲ ਹੈ, ਉਸਦੇ ਕੋਰਸਪੋਂਡਿੰਗਲੀ ਤੁਸੀਂ ਆਪਣਾ ਟਾਈਮ ਪੀਰੀਅਡ ਜਾਂ ਫਰੀਕੁਐਂਸੀ ਨੂੰ ਫਾਈਂਡ ਕਰ ਸਕਦੇ ਹੋ, ਕਿੰਨੀ ਪਲਸਿਸ ਮੂਵ ਕੀਤੀਆਂ ਬਿਟਵੀਨ ਦਿਸ ਪੁਆਇੰਟ। ਤਾਂ ਇਸ ਦੇ ਨਾਲ ਤੁਸੀਂ ਕੋਈ ਵੀ ਅਨਨੋਨ ਵੋਲਟੇਜ ਨੂੰ ਕਨਵਰਟ ਕਰ ਲੈਂਦੇ ਹੋ ਟੂ ਦ ਫਰੀਕੁਐਂਸੀ, ਔਰ ਇਨ ਦਿਸ ਵੇ ਦ ਡਾਇਰੈਕਟਲੀ ਵੋਲਟੇਜ ਇਜ਼ ਮੇਜਰਡ। ਹੁਣ ਇਸ ਨੂੰ ਅਗਰ ਆਪਾਂ ਲੌਜੀਕਲੀ ਆਪਣੀ ਡਾਇਗਰਾਮ ਬਣਾਈਏ ਤਾਂ ਉਹ ਇਸ ਤਰ੍ਹਾਂ ਦੀ ਬਲੌਕ ਡਾਇਗਰਾਮ ਬਣੇਗੀ। ਇਸ ਦੇ ਵਿੱਚ ਆਪਣੇ ਕੋਲ ਦੋ ਕੰਪੇਅਰੇਟਰਸ ਹੈ, ਵਨ ਇਜ਼ ਯੋਰ ਇਨਪੁਟ ਕੰਪੇਅਰੇਟਰ, another is your second comparator, and this is your first comparator if we can say it. So ਪਹਿਲਾਂ ਕੀ ਕੀਤਾ, ਮੈਂ ਰੈਂਪ ਜਨਰੇਟਰ ਹੈ ਜਿਹਨੇ ਰੈਂਪ ਸਿਗਨਲ ਨੂੰ ਜਨਰੇਟ ਕਰਨਾ ਹੈ, ਉਹ ਅਪਲਾਈ ਕੀਤਾ ਟੂ ਬੋਥ ਦ ਕੰਪੇਅਰੇਟਰਸ। ਠੀਕ ਹੈ, ਹੁਣ ਜਿਹੜੀ ਵੋਲਟੇਜ ਨੂੰ ਮੈਂ ਮੇਜਰ ਕਰਨਾ ਸੀ ਉਹ ਮੈਂ V in ਇੱਥੋਂ ਦਿੱਤੀ ਹੈ। ਹੁਣ ਜਿਹੜੀ ਇਹ V in ਵੋਲਟੇਜ ਹੈ ਦੈਟ ਇਜ਼ ਗਿਵਨ ਟੂ ਦ attenuator. Attenuators is used to select a particular frequency signal. ਜਿੰਨਾ ਤੁਸੀਂ ਸਿਗਨਲ ਸਿਲੈਕਟ ਕਰਨਾ ਹੈ ਉਹ ਪਰਟੀਕੂਲਰ ਰੇਂਜ ਨੂੰ ਸਿਲੈਕਟ ਕਰਨ ਵਾਸਤੇ ਆਪਾਂ ਅਟੈਨੂਏਟਰ ਨੂੰ ਯੂਜ਼ ਕਰਦੇ। ਜਦੋਂ ਹੁਣ ਮੈਂ ਇੱਥੋਂ ਅਨਨੋਨ ਸਿਗਨਲ ਸੀ ਉਹ ਇਸ ਜਗ੍ਹਾ 'ਤੇ ਦੇਤਾ, ਨੈਕਸਟ ਜਿਹੜਾ ਰੈਂਪ ਸਿਗਨਲ ਹੈ ਉਹ ਦੋਨੋਂ ਨੂੰ ਦੇਤਾ। ਹੁਣ ਜਦੋਂ ਹੀ ਮੈਂ ਸਪੋਜ਼ ਹੁਣ ਮੈਂ ਇੱਕ ਜਿਹੜਾ ਅਨਨੋਨ ਸਿਗਨਲ ਮੇਜਰ ਕਰਨਾ ਸੀ ਉਹ ਇਸ ਜਗ੍ਹਾ 'ਤੇ ਪ੍ਰੋਵਾਈਡ ਕੀਤਾ ਗਿਆ, ਉਹ ਕੰਪੇਅਰੇਟਰ ਕੋਲ ਜਾਏਗਾ। ਨਾਓ ਜਦੋਂ ਹੀ ਦੋਨਾਂ ਦੇ ਵਿੱਚ ਡਿਫਰੈਂਸ ਆਇਆ, ਕੰਪੈਰੀਜ਼ਨ ਦੇ ਵਿੱਚ ਡਿਫਰੈਂਸ ਆਇਆ, ਗੇਟ ਜੋ ਹੈ ਉਹ ਔਨ ਹੋ ਜਾਏਗਾ ਵਿਦ ਦਿਸ ਕੰਪੇਅਰੇਟਰ। ਜਿਵੇਂ ਮੈਂ -12 ਵੋਲਟਸ ਤੋਂ ਸ਼ੁਰੂ ਕੀਤਾ, ਇਟ ਇਜ਼ ਜਿਸ ਟਾਈਮ ਇਹ ਕੋਇਨਸਾਈਡ ਕੀਤਾ ਵਿਦ ਦਿਸ ਅਨਨੋਨ ਵੋਲਟੇਜ, ਉਸੇ ਟਾਈਮ ਇਹ ਕੰਪੇਅਰੇਟਰ ਜੋ ਹੈ ਉਹ ਔਨ ਹੋ ਜਾਏਗਾ। ਨਾਓ ਇਹ ਕਦ ਤੱਕ ਔਨ ਰਹੇਗਾ,
मतलब एक आता कि सिग्नल लॉजिकल कंट्रोल ਨੂੰ सिग्नल देगा जब तक दूसरा कंपेरेटर लॉजिकल सिग्नल ਨੂੰ ऑफ नहीं करता। मतलब स्टार्टिंग ਇੱਥੋਂ ਹੋ ਕੇ ਇੱਥੋਂ स्टॉप पल्सिस गेट ਦੀ ਜਿਹੜੀ ऑन करनी है वो ਇੱਥੋਂ स्टार्ट पल्स आएगी, जो ऑफ करनी है वो ਇੱਥੋਂ आएगी, एंड दैट इज़ ऑल कंट्रोल्ड बाय द कंट्रोल लॉजिक। कंट्रोल लॉजिक ਦੇ ਕੰਪੈरेटिवली ਜਦੋਂ गेट स्टार्ट ਹੋਇਆ ਇੱਥੇ काउंटर ने पल्सिस ਨੂੰ काउंट करना शुरू करता, एंड ਜਦੋਂ स्टॉप ਹੋਈਆਂ ਤਾਂ टोटल ਤੁਹਾਡੇ ਕੋਲ काउंट हो गया विच इज़ डिस्पलेड ऑन द डिजिटल रीड आउट। तो डिजिटल रीड आउट के उत्ते मतलब स्क्रीन के उत्ते आपां डिजिटली जो आउटपुट है वो डिस्पले करती। हुण लॉजिक की है दोनों दे विच कि एक नोन सिग्नल जो वोल्टेज का वो आपां इत्थों दिता, फस्ट जिथों स्टार्ट करना है वो जो इत्थे कट करेगा तो फस्ट पल्सिस स्टार्ट हो जाएंगे। सैकेंड पल्सिस ऑफ द गेट आर स्टार्टेड बाय द सैकेंड कंपेरेटर, दोनों को कंबाइन एंड कंट्रोल करेगा योर कंट्रोल लॉजिक। एंड कंट्रोल लॉजिक तो जी सिग्नल है दैट इज गिवन टू द काउंटर विच काउंट्स नंबर ऑफ पल्सिस विच आर मूव्ड बिटवीन व्हेन गेट इज ओपनड एंड व्हेन गेट इज क्लोज्ड। क्लोज होने तो बाद वो डिजिटली आप आउटपुट डिस्प्ले कर देंगे। दिस इज योर रैम्प टाइप नॉन इंटीग्रेटिंग टाइप DVM। नैक्सट इज योर स्टेयरकेस। स्टेयरकेस ਦੇ ਵਿੱਚ ਆਪਾਂ ਕੀ ਕਰਦੇ ਹਾਂ, ਉਸ ਦੇ ਵਿੱਚ ਆਪਣੀ ਪ੍ਰੋਬਲਮ ਕੀ ਹੋ ਜਾਂਦੀ ਸੀ ਰੈਂਪ ਕੇਸ ਦੇ ਵਿੱਚ, ਜਿਹੜੀ -12 ਵੋਲਟਸ ਤੋਂ ਲੈ ਕੇ +12 ਵੋਲਟਸ ਉਹ ਫਿਕਸਡ ਰਹਿ ਜਾਂਦੇ ਸੀ। ਆਪਾਂ ਜਿਹੜੀ ਰੀਡਿੰਗ ਲੈਣੀ ਹੈ ਉਹ ਆਪਾਂ ਨੂੰ ਲਿਮਿਟੇਸ਼ਨ ਹੋ ਜਾਂਦੀ ਸੀ ਕਿ ਰੀਡਿੰਗ ਜੋ ਹੈ ਉਹ ਇੱਕ ਪਰਟੀਕੂਲਰ ਰੇਂਜ ਦੇ ਵਿੱਚ ਹੀ ਲਿੱਤੀ ਜਾਏਗੀ, ਐਂਡ ਦੈਟ ਇਜ਼ ਓਵਰਕਮਡ ਬਾय ਦਿਸ योर नॉन इंटीग्रेटिंग टाइप स्टेयरकेस जो है उसके थ्रू आप लै सकते। दिस इज़ योर स्टेयरकेस। इस अपनी लिमिटेशन हो जाती सी कि -12 वोल्ट्स टू +12 वोल्ट्स तक है विच इज़ ओवरकम्ड बाय योर स्टेयरकेस रैम्प डिजिटल वोल्टमीटर। इस की किया सी आप जो इनपुट वोल्टेज है वो अटैनुएटर में देने। दिस इज़ योर नल डिटेक्टर। नल डिटेक्टर की है कि अगर दोनों का सेम होगी, जिस टाइम एक अननोन वोल्टेज इज़ सेम विद द नोन वोल्टेज, उस टाइम एक जीरो सिग्नल जनरेट होएगा, एंड जीरो सिग्नल इज गिवन टू द लॉजिक कंट्रोल, एंड लॉजिक कंट्रोल फ्रॉम देयर द इंटरनल रेफरेंस इज देयर, एंड कॉरस्पॉन्डिंगली A to D कन्वर्टर विल बी सैटड अप। इस बेसिक फंक्शन की है कि जो इनपुट सिग्नल देता दैट इज गिवन टू द अटैनुएटर। अटैनुएटर मतलब पर्टिकुलर एक रेंज सिलेक्ट करने वास्ते। उस तो बाद टू द नल डिटेक्टर। इनीशियली की होंदा है जो लॉजिक कंट्रोल है वो सारे नू रीसैट सिग्नल भेजदा है। एक काउंटर है ये रीसैट हो जाएगा टू द 0, एंड A to D कन्वर्टर A भी कॉरस्पॉन्डिंगली 0 सैट हो जाएगा। हुण जदों भी ये सिग्नल आया V in अननोन सिग्नल विच इज़ पास टू दिस नल डिटेक्टर, तो जदों इत्थे नल डिटेक्टर तां एक्टिवेट होएगा जदों ये दोनों की वैल्यू सेम हो जाएगी। हुण ਇਹਨੂੰ ਆਪਾਂ ਨੂੰ ਕਾਊਂਟਰ ਤੋਂ ਬਾਅਦ ਡਿਜੀਟਲ ਟੂ ਐਨਾਲੌਗ ਕਨਵਰਟਰ ਦੇਣ ਦੀ ਕੀ ਜ਼ਰੂਰਤ ਪਈ। ਬੇਸਿਕਲੀ ਕੀ ਹੁੰਦਾ ਜੋ ਪ੍ਰੀਵੀਅਸ ਵੈਲਿਊ ਹੈ, ਜਿਵੇਂ ਮੈਂ ਵੋਲਟੇਜ ਮੇਜਰ ਕਰ ਰਿਹਾ ਹਾਂ ਕਿ 12 ਤੋਂ ਆ ਰਹੀ ਹੈ, 15 ਤੋਂ ਆ ਰਹੀ ਹੈ, 18 ਤੋਂ ਆ ਰਹੀ ਹੈ, ਜੋ ਪ੍ਰੀਵੀਅਸ ਵੈਲਿਊ ਹੈ ਦੈਟ ਇਜ਼ ਸੈਟ ਇਨਸਾਈਡ ਦਿਸ ਕਾਊਂਟਰ। ਉਹ ਪ੍ਰੀਵੀਅਸ ਵੈਲਿਊ ਕੋਰਸਪੋਂਡਿੰਗਲੀ A to D ਐਨਾਲੌਗ ਕਨਵਰਟਰ ਦੇ ਵਿੱਚ ਕਨਵਰਟ ਹੋਏਗੀ, ਦੈਟ ਇਜ਼ D to A ਕਨਵਰਟਰ, ਅਤੇ ਕੋਰਸਪੋਂਡਿੰਗਲੀ ਹੀ ਓਨਾ ਹੀ ਸਟੈਪ ਆਪਣੇ ਕੋਲ ਇਸ ਦਾ ਜਨਰੇਟ ਹੋਏਗਾ। ਉਸ ਦੇ ਨਾਲ ਇਹ ਹੋ ਜਾਂਦਾ ਕਿ ਆਪਾਂ ਨੂੰ ਰੇਂਜ ਜਿਹੜੀ ਹੈ ਉਹ ਲਿਮਿਟਡ ਨਹੀਂ ਰਹਿੰਦੀ। ਅਗਰ ਆਪਾਂ 15 ਵੋਲਟਸ ਵੀ ਮੇਜਰ ਕਰਨੇ ਹੈ ਤਾਂ ਉਸ ਦੇ ਕੋਰਸਪੋਂਡਿੰਗਲੀ ਜਿਹੜਾ ਸਟੈਪ ਹੈ ਉਹ ਇਨਕਰੀਜ਼ ਕਰ ਜਾਏਗਾ, ਅਤੇ ਜਿਵੇਂ ਹੀ ਇਹ ਸਟੈਪ ਇਨਕਰੀਜ਼ ਕਰੇਗਾ ਕੋਰਸਪੋਂਡਿੰਗਲੀ ਤੁਹਾਡੇ ਕੋਲ ਜਦੋਂ ਕਿਸੇ ਜਿਸ ਪਰਟੀਕੂਲਰ ਸਟੈਪ ਦੇ ਉੱਤੇ ਇਹ ਮੈਚ ਕਰਨਗੀਆਂ ਦੋਨੋਂ ਵੈਲਿਊਜ਼, ਜੋ ਵੋਲਟੇਜ ਇੱਥੋਂ ਆ ਰਹੀ ਹੈ ਅਤੇ ਐਜ਼ ਵੈਲ ਐਜ਼ ਜਦੋਂ ਇਹ ਸਟੈਪ ਇਨਕਰੀਜ਼ ਕਰਕੇ ਜਿੱਥੇ ਕੱਟ ਡਾਊਨ ਹੋਏਗਾ वो दोनों वैल्यूज़ जो हैं मैच करनगियाँ, उस टाइम नल डिटेक्टर एक्टिवेट हो जाएगा। दैट मीन्स नल सिग्नल इज अटेन्ड, जीरो सिग्नल इज कमिंग आफ्टर द कंपैरिजन ऑफ द टू वोल्टेजेस, एंड फ्रॉम देयर द सिग्नल इज मूव टू द लॉजिक कंट्रोल। जदों इक्वल होया उस टाइम ही थोड़े कोल जिहड़ा काउंटर है वो एक्टिवेट हो जाएगा। हुण इस दे विच बेसिक फंक्शनिंग ये चल रही है कि जदों ही दोनों की वैल्यू कट डाउन होकर सेम हुई, कोरसपोंडिंगली थोड़े कोल काउंटर काउंट करके थोड़े कोल जिहड़ी रीडर ते आउटपुट डिस्प्ले कर देगा। मतलब दिस काउंटर इज इंटरैक्टिंग विद द इनपुट सैक्शन एज वेल एज विद द आउटपुट सैक्शन। जदों उन्हें कंपैरिजन करना सी विद द इनपुट सैक्शन तो स्टैप साइज कितना होना चाहिए वो डिपेंड करेगा जो प्रीवियस वैल्यू स्टोर्ड है दैट इज़ काउंटर दे विच जो प्रीवियस वैल्यू अपने कोल रखी हुई है।
which is converted to again analog signal, and correspondingly the value is seen here in the null detector. Now if the output is to be seen, that is seen here on your readout. This is your staircase ramp digital voltmeter. Next is your voltage to frequency conversion type DVM. ਆਪਾਂ ਜੋ voltage ਹੈ ਉਹਨੂੰ frequency ਦੇ ਵਿੱਚ convert ਕਰ ਲੈਂਦੇ ਹਾਂ, and this is your digital voltmeters. ਹੁਣ ਇਹ ਜਿਹੜੇ voltmeters हैं they are your integrating type voltmeters. Integrating type voltmeters, that means जो summing value है which is at this point is kept as 0. ਜਿਹੜੀ A point ਤੇ summing point ਤੇ ਆਪਾਂ value ਰੱਖਾਂਗੇ, ਇੱਥੇ ਜੋ value ਆਏਗੀ the voltage which is there is always 0, and the ਜੋ pulse generator ਨੇ ਫਿਕਸਡ ਅਮਾਊਂਟ ਆਫ ਪਲਸਿਸ ਜਨਰੇਟ ਕਰਨੀ ਹੈ, ਉਹ ਆਪਾਂ ਦੇਖਦੇ ਹਾਂ ਕਿਵੇਂ ਦੀ ਫੰਕਸ਼ਨਿੰਗ ਹੈ। ਹੁਣ ਜਿਸ ਵੀ ਵੋਲਟੇਜ ਨੂੰ ਮੈਜ਼ਰ ਕਰਨਾ ਹੈ ਉਸ ਵੋਲਟੇਜ ਨੂੰ ਆਪਾਂ ਇੱਥੇ ਲਗਾਉਂਦੇ ਹਾਂ ਫਰੋਮ ਦ ਇਨਪੁਟ ਸੈਕਸ਼ਨ ਟੂ ਦ R1। ਤਾਂ R1 ਦੇ ਅਕ੍ਰੋਸ ਕੁਛ ਨਾ ਕੁਛ ਕਰੰਟ ਜਨਰੇਟ ਹੋਏਗਾ ਜਦੋਂ ਇੱਥੇ ਕੁਛ ਵੋਲਟੇਜ ਲੱਗੇਗੀ, ਐਂਡ ਮੈਕਸਿਮਮ ਆਫ ਦ ਕਰੰਟ ਇਜ਼ ਪਾਸਡ ਟੂ ਦ ਕਪੈਸਿਟਰ ਟੂ ਚਾਰਜ ਇਟ। ਜਿਹੜਾ ਆਪਣੀ ਫੀਡਬੈਕ ਦੇ ਵਿੱਚ ਕਪੈਸਿਟਰ ਲੱਗਿਆ ਹੋਇਆ ਹੈ, ਮੈਕਸਿਮਮ ਜਿਹੜੀ ਵੋਲਟੇਜ ਜੋ ਕਰੰਟ ਹੈ ਉਹ ਇਹਨੂੰ ਦਿੱਤਾ ਜਾਂਦਾ ਫॉर द ਚਾਰਜਿੰਗ ਪ੍ਰੋਸੈਸ, ਐਂਡ ਜਿਹੜਾ ਸਮਾਲ ਅਮਾਊਂਟ ਆਫ ਕਰੰਟ ਇਜ਼ ਪਾਸ ਟੂ ਦਿਸ ਸਮਿੰਗ ਐਂਪਲੀਫਾਇਰ। ਜਦੋਂ ਇਸ ਸਮਿੰਗ ਐਂਪਲੀਫਾਇਰ ਕੋਲ ਥੋੜਾ ਜਿਹਾ ਕਰੰਟ ਆਏਗਾ ਦੈਟ ਇਜ਼ ਪਾਸ ਟੂ ਦਿਸ ਕੰਪੇਰੇਟਰ। ਹੁਣ ਜੋ ਵੀ ਇੱਥੋਂ ਕਰੰਟ ਜਨਰੇਟ ਹੋ ਰਿਹਾ ਦੈਟ ਇਜ਼ ਨੈਗੇਟਿਵ ਵਿਦ ਰਿਸਪੈਕਟ ਟੂ ਦ ਇਨਪੁਟ। ਅਗਰ ਇੱਥੇ ਪੋਜ਼ਿਟਿਵ ਵੋਲਟੇਜ ਦੇ ਰਹੇ ਹਾਂ ਤਾਂ ਇੱਥੇ ਜੋ ਆਪਣੇ ਕੋਲ ਸਿਗਨਲ ਜਨਰੇਟ ਹੋ ਰਿਹਾ ਦੈਟ ਇਜ਼ ਯੋਰ ਨੈਗੇਟਿਵ ਵੋਲਟੇਜ ਇਜ਼ ਦੇਅਰ। ਤੇ ਜਦੋਂ ਵਿਦ ਰੈਫਰੈਂਸ ਟੂ ਆਪਾਂ ਕੰਪੇਅਰ ਕਰਦੇ ਹਾਂ ਤੇ ਉਹ ਜ਼ਿਆਦਾ ਹੁੰਦੀ ਹੈ ਤਾਂ ਇੱਥੋਂ ਪਾਸ ਹੋ ਜਾਂਦੀ ਹੈ, ਪਾਸ ਕੰਪੇਰੇਟਰ ਨੂੰ ਪਾਸ ਕਰ ਦਿੰਦਾ ਹੈ। ਉਸ ਤੋਂ ਬਾਅਦ ਇਟ ਇਜ਼ ਪਾਸ ਟੂ ਦ ਪਲਸ ਜਨਰੇਟਰ। ਜਿੰਨਾ ਕੁ ਸਿਗਨਲ ਜਨਰੇਟ ਹੋਇਆ ਉਸਦੇ ਕੋਰਸਪੋਂਡਿੰਗਲੀ ਆਪਣੇ ਕੋਲ ਪਲਸਿਸ ਜਨਰੇਟ ਹੁੰਦੀਆਂ, ਦੈਟ ਮੀਨਸ ਅ ਚਾਰਜ ਵਿਦ ਆਪੋਜ਼ਿਟ ਪੋਲੈਰਿਟੀ ਇਜ਼ ਜਨਰੇਟਡ। ਤੇ ਉਹ ਜਿਹੜਾ ਚਾਰਜ ਹੈ ਦੈਟ ਚਾਰਜ ਇਜ਼ ਮੂਵਡ ਟੂ ਦਿਸ R2 ਤੇ ਕੋਰਸਪੋਂਡਿੰਗਲੀ ਇੱਥੋਂ ਜੋ ਕਰੰਟ ਜਾਂ ਚਾਰਜ ਜਨਰੇਟ ਹੋਏਗਾ ਦੈਟ ਇਜ਼ ਕਮ ਇਜ਼ ਮੂਵ ਟੂ ਦਿਸ ਸਮਿੰਗ ਪੁਆਇੰਟ ਤਾਂ ਕਿ ਇਹ ਦੁਬਾਰਾ ਜ਼ੀਰੋ ਹੋ ਸਕੇ। ਮਤਲਬ ਕੀ ਹੈ ਕਿ ਇੱਕ ਸੌਟੂਥ ਵੇਵ ਬਣ ਜਾਂਦੀ ਹੈ। ਮਤਲਬ ਜਦੋਂ ਇੱਥੋਂ ਆਪਾਂ ਵੋਲਟੇਜ ਦਿੱਤੀ ਉਸਦੇ ਕੋਰਸਪੋਂਡਿੰਗਲੀ ਕਪੈਸਿਟਰ ਦੀ ਚਾਰਜਿੰਗ ਹੋਣੀ ਸ਼ੁਰੂ ਹੋ ਗਈ, ਦੈਟ ਇਜ਼ ਦ ਰਾਈਜ਼ਿੰਗ ਆਫ ਵੋਲਟੇਜ। ਉਸ ਤੋਂ ਬਾਅਦ ਦੁਬਾਰਾ ਜਦੋਂ ਜ਼ੀਰੋ ਹੋ ਰਹੀ ਹੈ ਦੈਟ ਮੀਨਸ ਡਿਸਚਾਰਜਿੰਗ ਆਫ ਦ ਕਪੈਸਿਟਰ। ਤੇ ਇਸ ਤਰ੍ਹਾਂ ਆਪਣੇ ਕੋਲ ਇੱਕ ਸੌਟੂਥ ਵੇਵ ਜਨਰੇਟ ਹੋ ਜਾਂਦੀ ਹੈ, ਐਂਡ the number of pulses which are generated is correspondingly to the voltage which is applied। ਜਿੰਨੀ ਕੀ ਵੋਲਟੇਜ ਆਪਾਂ ਇੱਥੇ ਇਨਪੁਟ ਤੇ ਦਿੰਨੇ ਆ ਕੋਰਸਪੋਂਡਿੰਗਲੀ ਉਨੀ ਹੀ ਆਪਣੇ ਕੋਲ ਪਲਸਿਸ ਜੋ ਹੈ ਇਨ ਅ ਸੌਟੂਥ ਵੇਵ ਇਜ਼ ਜਨਰੇਟਡ। ਤੇ ਆਪਣੇ ਕੋਲ ਜਿੰਨੀਆਂ ਕੁ ਪਲਸਿਸ ਆਪਾਂ ਕਾਊਂਟ ਕਰਕੇ ਉਹ ਆਪਾਂ ਇਹ ਦੇਖ ਸਕਦੇ ਹਾਂ ਕਿ ਕਿੰਨੀ ਕੁ ਵੋਲਟੇਜ ਆਪਾਂ ਅਪਲਾਈ ਕੀਤੀ ਹੈ। ਮਤਲਬ ਜਿੰਨੀ ਵੋਲਟੇਜ ਅਪਲਾਈ ਕੀਤੀ ਸੀ ਦੈਟ ਇਜ਼ ਕਨਵਰਟਿਡ ਨਾਓ ਟੂ ਦ ਫ੍ਰੀਕੁਐਂਸੀ। ਤੇ ਉਹ ਜਿਹੜੀਆਂ ਪਲਸਿਸ ਜਨਰੇਟ ਹੋਈਆਂ ਦੈਟ ਆਰ ਮੂਵ ਟੂ ਦ ਪਲਸ ਟਰਾਂਸਫਾਰਮਰ ਤਾਂ ਕਿ ਪਲਸਿਸ ਨੂੰ ਕਾਊਂਟ ਕੀਤਾ ਜਾ ਸਕੇ, ਐਂਡ ਮੂਵ ਟੂ ਦ ਰਿਵਰਸੀਬਲ ਕਾਊਂਟਰ। ਰਿਵਰਸੀਬਲ ਕਾਊਂਟਰ ਦਾ ਮਤਲਬ ਇਹ ਹੁੰਦਾ ਹੈ ਕਿ ਅਗਰ ਪੋਲੈਰਿਟੀ ਵੇਰੀ ਵੀ ਕਰ ਜੇ, that is if the polarity is from positive to negative or negative to positive, both the cases the pulses are countable, and that counted pulses are displayed on the digital readout ਤੇ ਆਪਾਂ ਡਿਜੀਟਲ ਸਕਰੀਨ ਦੇ ਉੱਤੇ ਆਪਣੀਆਂ ਪਲਸਿਸ ਨੂੰ ਸ਼ੋ ਕਰ ਸਕਦੇ ਹਾਂ। ਸੋ ਬੇਸਿਕ ਲੌਜਿਕ ਬਿਹਾਈਂਡ ਇਟ ਇਜ਼ ਕਿ ਜੋ ਸਮਿੰਗ ਇੱਥੇ ਵੋਲਟੇਜ ਹੈ ਆਪਣੀ ਜ਼ੀਰੋ ਰਹਿਣੀ ਚਾਹੀਦੀ ਹੈ, ਜਿੰਨੀ ਕੁ ਵੋਲਟੇਜ ਆਉਂਦੀ ਹੈ ਉਹ ਇਹਦੇ ਚੋਂ ਪਾਸ ਹੋ ਕੇ ਸਮਿੰਗ ਚੋਂ ਇਜ਼ ਮੂਵ ਟੂ ਦਿਸ ਕੰਪੇਰੇਟਰ। ਇੱਥੋਂ ਕੰਪੇਅਰ ਹੋਣ ਤੋਂ ਬਾਅਦ ਜੋ ਵੋਲਟੇਜ ਹੈ ਦੈਟ ਇਜ਼ ਪਾਸ ਟੂ ਦਿਸ ਪਲਸ ਜਨਰੇਟਰ, ਤੇ ਜਿਹੜੀ ਵੋਲਟੇਜ ਪਲਸ ਜਨਰੇਟਰ ਕੋਲ ਆਉਂਦੀ ਹੈ ਉਸਦੇ ਕੋਰਸਪੋਂਡਿੰਗਲੀ ਪਲਸਿਸ ਜਨਰੇਟ ਹੁੰਦੀਆਂ ਤੇ ਇਹਨੂੰ ਦੁਬਾਰਾ ਜਿੰਨੀ ਵੋਲਟੇਜ ਹੈ ਉਹਨੂੰ ਜ਼ੀਰੋ ਕਰਦੀ ਹੈ। ਮਤਲਬ ਪਹਿਲਾਂ ਚਾਰਜਿੰਗ ਹੈ ਦੈਨ ਡਿਸਚਾਰਜਿੰਗ, ਚਾਰਜਿੰਗ ਡਿਸਚਾਰਜਿੰਗ। ਇਸ ਦੇ ਨਾਲ ਆਪਣੇ ਕੋਲ ਇੱਕ ਸੌਟੂਥ ਵੇਵ ਜਨਰੇਟ ਹੋ ਜਾਂਦੀ ਹੈ ਵਿਚ ਇਜ਼ ਦ ਬੇਸਿਕ ਕ੍ਰਾਈਟੀਰੀਆ ਟੂ ਕਨਵਰਟ ਯੋਰ ਵੋਲਟੇਜ ਟੂ ਦ ਫ੍ਰੀਕੁਐਂਸੀ। ਜਿੰਨੀਆਂ ਨੰਬਰ ਆਫ ਸੌਟੂਥ ਵੇਵਸ ਤੁਹਾਡੇ ਕੋਲ ਜਨਰੇਟ ਹੋ ਰਹੀਆਂ correspondingly the voltage is assigned and your voltage is converted to the frequency। next is your interpolation integrating type DVM। ਇਹ ਵੀ ਕੁਛ ਤਰ੍ਹਾਂ ਦੀ ਹੀ ਟਾਈਪ ਹੈ ਜੋ ਪ੍ਰੀਵੀਅਸ ਆਪਾਂ ਫੰਕਸ਼ਨਿੰਗ ਦਿੱਤੀ ਹੈ, ਬਟ ਇਸ ਦੇ ਵਿੱਚ ਦੋ ਚੀਜ਼ਾਂ ਜ਼ਿਆਦਾ ਹੈ ਕਿ ਅਗਰ ਆਪਣੀ 16.6 ਮਾਈਕਰੋ ਸੈਕਿੰਡਸ ਦੀ ਰੇਂਜ ਤੋਂ ਬਾਅਦ ਆਪਾਂ ਇੰਟਰਪੋਲੇਸ਼ਨ ਇੰਟੀਗ੍ਰੇਟਿੰਗ DVM ਨੂੰ ਯੂਜ਼ ਕਰਦੇ
ਉਸ ਤੋਂ ਬਾਅਦ ਹੀ ਉਸਦੀ ਫੰਕਸ਼ਨਿੰਗ ਸ਼ੁਰੂ ਹੁੰਦੀ ਹੈ, ਬਾਕੀ ਰੈਸਟ ਆਫ ਦਾ ਫੰਕਸ਼ਨਿੰਗ ਰਿਮੇਨਸ ਦ ਸੇਮ। ਇਸ ਦੇ ਵਿੱਚ ਆਪਾਂ ਇੱਕ ਜ਼ੀਰੋ ਕੰਪੇਰੇਟਰ ਲੈ ਲੈਂਦੇ ਹਾਂ। ਜ਼ੀਰੋ ਕੰਪੇਰੇਟਰ ਇੱਕ ਐਕਸਟਰਾ ਬਲੌਕ ਆਪਾਂ ਐਡ ਕੀਤਾ ਦੈਨ ਦ ਪ੍ਰੀਵੀਅਸ ਵਨ। ਤੇ ਹੁਣ ਇਸ ਦਾ ਕੀ ਫੰਕਸ਼ਨ ਹੈ ਕਿ ਜਦੋਂ ਪਰਟੀਕੂਲਰ 16.67 ਮਾਈਕਰੋ ਸੈਕਿੰਡਸ ਤੋਂ ਬਾਅਦ ਵੈਲਿਊ ਇਨਕਰੀਜ਼ ਹੋਏਗੀ ਆਫ ਦ ਫ੍ਰੀਕੁਐਂਸੀ ਇਨਕਰੀਜ਼ ਹੋਏਗੀ, ਉਸ ਤੋਂ ਬਾਅਦ ਹੀ ਇਹ ਐਕਟੀਵੇਟ ਹੋਏਗਾ। ਜਦੋਂ ਇਹ ਐਕਟੀਵੇਟ ਹੋਇਆ ਉਸ ਟਾਈਮ ਜ਼ੀਰੋ ਇੱਥੇ ਕੀ ਹੋਏਗਾ, ਜੋ ਲੌਜੀਕਲ ਕੰਟਰੋਲ ਹੈ ਸਵਿਚ ਨੂੰ ਮੂਵ ਕਰੇਗਾ ਫਰੋਮ V ਇਨਟੂ ਦ V ਰੈਫਰੈਂਸ। V ਰੈਫਰੈਂਸ ਕੋਲ ਜਦੋਂ ਉਹਨੇ ਮੂਵ ਕੀਤਾ, ਦੈਟ ਇਜ਼ ਯੋਰ ਸਵਿਚ ਇਜ਼ ਮੂਵਡ ਫਰੋਮ V ਇਨਟੂ ਦ V ਰੈਫਰੈਂਸ, ਦੈਨ ਜਿਹੜਾ ਇਹ ਕੰਪੇਰੇਟਰ ਹੈ ਪਹਿਲਾਂ ਥੋੜੀ ਬਹੁਤ ਵੈਲਿਊ ਰੱਖਦਾ ਸੀਗਾ ਇਨਪੁਟ ਦੇ ਵਿੱਚ, ਉਹ ਬਿਲਕੁਲ ਜ਼ੀਰੋ ਹੋ ਜਾਏਗੀ। ਅਗਰ ਉਹ ਪੂਰੀ ਦੀ ਪੂਰੀ ਵੈਲਿਊ ਜ਼ੀਰੋ ਹੋ ਜਾਏਗੀ ਤਾਂ ਕੋਰਸਪੋਂਡਿੰਗਲੀ ਜੋ ਜ਼ੀਰੋ ਕੰਪੇਰੇਟਰ ਹੈ ਉਹ ਐਕਟੀਵੇਟ ਹੋ ਜਾਏਗਾ। ਜਦੋਂ ਜ਼ੀਰੋ ਕੰਪੇਰੇਟਰ ਐਕਟੀਵੇਟ ਹੋ ਗਿਆ, ਕੋਰਸਪੋਂਡਿੰਗਲੀ ਦਿਸ ਗੇਟ ਇਜ਼ ਐਕਟੀਵੇਟਡ। in this gate a 60 kilohertz frequency is used as an oscillator which is provided, and a decade of 1 second for the 100 second is formed। कि एक decay बन जाएगा of 1 second with the 100 second and the corresponding your signal is displayed। मतलब कि ये 100 यूनिट्स काउंट करके अपने को 1 यूनिट एज एन आउटपुट आएगा। इस नाल जिहड़ी रीडिंग है एंड एक्यूरेसी इज इंप्रूव्ड। दिस इज योर इंटरपोलेटिंग, but this is used for the higher frequencies, not for the lower frequencies this is required। Next is your potentiometric integrating DVM। Functioning and purpose of this integrator is also same, but आप ये कह सकते हैं potentiometric क्यों किया गया, because a potentiometer is attached here and unknown voltage is applied to this potentiometer, and correspondingly जो थोड़े को previous value stored सी उसदे correspondingly ही जो output है वो जाएगी टू दिस VI कन्वर्टर। मतलब वोल्टेज तो फ्रीक्वेंसी कन्वर्ट करन तो बाद फिर करंट ਨੂੰ ਫ੍ਰੀਕੁਐਂਸੀ 'ਚ ਕਨਵਰਟ ਕਰ ਲਿਆ, ਕੋਰਸਪੋਂਡਿੰਗਲੀ ਪਲਸਿਸ ਜਨਰੇਟ ਹੋ ਗਈਆਂ, ਪਲਸਿਸ ਜਨਰੇਟ ਹੋਈਆਂ ਦੈਟ ਆਰ ਮੂਵ ਟੂ ਦ ਲੌਜਿਕ ਕੰਟਰੋਲ। ਤੇ ਲੌਜਿਕਲੀ ਕੰਟਰੋਲ ਕਰੇਗਾ ਕਿ ਜਦੋਂ ਪਲਸਿਸ ਜ਼ਿਆਦਾ ਫ੍ਰੀਕੁਐਂਸੀ ਨਾਲ ਆ ਰਹੀਆਂ ਤਾਂ ਆਪਾਂ 1 ਸੈਕਿੰਡ ਦਾ ਡੀਕੇ ਲਗਾਉਣਾ ਜਾਂ 100 ਸੈਕਿੰਡ ਦਾ। ਕੋਰਸਪੋਂਡਿੰਗਲੀ ਦਿਸ ਸਿਗਨਲ ਇਜ਼ ਡਿਸਪਲੇਡ ਔਨ योर डिजिटल स्क्रीन। This is the basic functioning of potentiometric integrating DVM। The difference here is only the value is taken on this potentiometer and then it is displayed। Next is your dual slope integrating DVMs। Dual slope ਦਾ ਕੀ ਮਤਲਬ ਹੈ, ਆਪਾਂ ਇੰਟੀਗ੍ਰੇਟਰ ਲਗਾਇਆ। ਪਹਿਲਾਂ ਤਾਂ ਜਦੋਂ just see this diagram ਕਿ ਮੈਂ ਕੀ ਕੀਤਾ, ਮੈਂ ਇੱਕ ਇੰਟੀਗ੍ਰੇਟਰ ਲੈ ਲਿਆ। ਪਹਿਲਾਂ ਤਾਂ ਮੈਂ ਇੰਟੀਗ੍ਰੇਟ ਕੀਤਾ ਵਿਦ ਦਾ V in, ਜੋ ਮੇਰੇ ਕੋਲ ਇਨਪੁਟ ਵੋਲਟੇਜ ਆ ਰਹੀ ਹੈ, ਪਹਿਲਾਂ ਤਾਂ ਮੈਂ ਉਹਨੂੰ ਇੰਟੀਗ੍ਰੇਟ ਕੀਤਾ। ਫਿਰ ਮੈਂ ਇੱਕ ਆਪਣੇ ਵੱਲੋਂ ਆਪਣੀ ਵੋਲਟੇਜ ਦੈਟ ਇਜ਼ ਰੈਫਰੈਂਸ ਵੋਲਟੇਜ ਲਿੱਤੀ, ਫਿਰ ਉਹਨੂੰ ਇੰਟੀਗ੍ਰੇਟ ਕੀਤਾ। ਹੁਣ ਮੇਰੇ ਕੋਲ ਕੰਪੈਰੀਜ਼ਨ ਬਣ ਸਕਦਾ ਹੈ ਕਿ ਇਨਪੁਟ ਵੋਲਟੇਜ ਨੂੰ ਜਦੋਂ ਮੈਂ ਇੰਟੀਗ੍ਰੇਟ ਕਰ ਰਿਹਾ ਤਾਂ ਕਿੰਨਾ ਟਾਈਮ ਪੀਰੀਅਡ ਲੱਗ ਰਿਹਾ, ਪਲੱਸ the time which is taken by the integrator when I am integrating your second voltage। ਤਾਂ ਦੋਨਾਂ ਨੂੰ ਐਡ ਅਪ ਕਰਕੇ ਮੇਰੇ ਕੋਲ ਇੱਕ ਡਿਊਅਲ ਸਲੋਪ ਇੰਟੀਗ੍ਰੇਟਡ DVM ਬਣ ਜਾਏਗਾ। In this case the first integrator of unknown voltage is done for the fixed amount of time। ਇੱਕ particular time ਵਾਸਤੇ ਪਹਿਲਾਂ ਇੱਕ ਆਪਾਂ unknown voltage ਨੂੰ ਇੰਟੀਗ੍ਰੇਟ ਕਰਦੇ, then the same integrator is used to integrate the reference voltage। ਤੇ ਉਹੀ ਸੇਮ ਨੂੰ ਇੰਟੀਗ੍ਰੇਟਰ ਨੂੰ ਆਪਾਂ ਯੂਜ਼ ਕਰਦੇ ਹਾਂ ਟੂ ਇੰਟੀਗ੍ਰੇਟ your reference voltage। Here the switch is connected to the input unknown voltage to be measured। It is assumed that the capacitor will start charging from the zero level। मतलब जो कैपेसिटर ने चार्जिंग करनी है वो जीरो लेवल तो करनी है, प्रीवियसली कोई भी चार्ज जो है वो उसदे विच अवेलेबल नहीं होएगा। नाउ सी दिस डायग्राम प्रैक्टिकली किवें इस दी वर्किंग हो रही है। हुण मैं की किता, पहला इंटीग्रेटर लगाया, दिस इज़ योर इंटीग्रेटिंग सर्किट। पहला मैनू इंटीग्रेट किया विद द इनपुट अननोन वोल्टेज, जी अननोन वोल्टेज अपलाई हुई है, पहला उसदे नाल इंटीग्रेट किया फॉर टाइम पीरियड T1। ठीक है, फिर मैं की किया, फिर टाइम पीरियड T2 वास्ते मैं इंटीग्रेट किया विद दिस रैफरेंस वोल्टेज। इस स्विच नूं मैं इधर लगाता तो फिर वो टाइम पीरियड 2 वास्ते कैलकुलेट किया, तो मेरे को टोटल की बन गया T1 प्लस T2 is the total time taken to integrate your unknown voltage as well as your reference voltage। ਹੁਣ
ਜਿਹੜਾ ਇਹ ਸਵਿਚ ਹੈ ਉਹ ਮੂਵ ਕਿਵੇਂ ਕਰੇਗਾ ਫਰੋਮ ਵੀ ਇਨ ਟੂ ਦਾ ਵੀ ਰੈਫਰੈਂਸ। ਹੁਣ ਜਦੋਂ ਹੀ ਮੈਂ ਇੰਟੀਗ੍ਰੇਟ ਕਰਨਾ ਸ਼ੁਰੂ ਕੀਤਾ ਸੀ ਵੀ ਇਨ ਨੂੰ, ਦੈਟ ਇਜ਼ ਅਨਨੋਨ ਵੋਲਟੇਜ ਨੂੰ ਇੰਟੀਗ੍ਰੇਟ ਕਰਨਾ ਸ਼ੁਰੂ ਕੀਤਾ ਸੀ, ਉਸ ਟਾਈਮ ਮੈਂ ਕੀ ਕੀਤਾ, ਜੋ ਆਊਟਪੁੱਟ ਹੈ ਇੱਥੇ ਆਏਗੀ, ਵੀ ਇਨ ਨੂੰ ਜਦੋਂ ਇੰਟੀਗ੍ਰੇਟ ਹੋ ਰਿਹਾ ਹੈ ਤਾਂ ਕੁਛ ਨਾ ਕੁਛ ਵੀ ਆਊਟ ਇੱਥੋਂ ਆਏਗੀ, ਜਿਸ ਦੇ ਕਰਕੇ ਜੋ ਵੈਲਿਊ ਹੈ ਦੈਟ ਇਜ਼ ਚੇਂਜ ਫਰੋਮ ਦ ਜ਼ੀਰੋ ਵੈਲਿਊ। ਸੋ ਅ ਸਿਗਨਲ ਇਜ਼ ਮੂਵਡ ਕਿ ਇੱਥੋਂ ਕੁਛ ਨਾ ਕੁਛ ਕੰਪੈਰੀਜ਼ਨ ਤੋਂ ਬਾਅਦ ਆਪਾਂ ਦੇਖਿਆ ਕੁਛ ਨਾ ਕੁਛ ਡਿਟੈਕਟ ਹੋਇਆ ਐਂਡ ਦੈਟ ਸਿਗਨਲ ਇਜ਼ ਮੂਵਡ ਟੂ ਦਿਸ ਗੇਟ, ਐਂਡ ਗੇਟ ਮਤਲਬ ਇੱਥੋਂ ਐਕਟੀਵੇਸ਼ਨ ਹੋ ਗਈ। ਇੱਥੋਂ ਆਪਾਂ ਕਲੌਕ ਸਿਗਨਲ ਦੇ ਥਰੂ ਇੱਕ ਪਰਟੀਕੂਲਰ ਔਸੀਲੇਟਰ ਯੂਜ਼ ਕਰਦੇ ਹਨ, ਕਲੌਕ ਸਿਗਨਲ ਇਜ਼ ਪ੍ਰੋਵਾਈਡਡ, ਦੋਨੋਂ ਐਕਟੀਵੇਟ ਹੋ ਜਾਣਗੇ ਐਂਡ ਯੋਰ ਕਾਊਂਟਰ ਵਿਲ ਸਟਾਰਟ ਕਾਊਂਟਿੰਗ। ਹੁਣ ਇਹ ਕਾਊਂਟਰ ਕਦ ਤੱਕ ਕਾਊਂਟ ਕਰੇਗਾ, 1 ਤੋਂ ਲੈ ਕੇ 999 ਤੱਕ। ਜਦ ਤੱਕ 999 ਨਹੀਂ ਆਉਂਦਾ ਤਦ ਤੱਕ ਇਹ ਇੱਥੇ ਹੀ ਰਹੇਗਾ। ਜਦੋਂ 999 ਤੋਂ 1000 ਆਏਗਾ ਐਂਡ 1 ਇਜ਼ ਮੂਵ ਟੂ ਦਿਸ ਫਲਿਪ ਫਲॉप, ਇਹ ਫਲਿਪ ਫਲॉप ਐਕਟੀਵੇਟ ਹੋ ਜਾਏਗਾ 1 ਦੇ ਨਾਲ, ਦੈਟ ਇਜ਼ ਯੋਰ ਕੈਰੀ ਸਿਗਨਲ ਦੇ ਨਾਲ ਫਲਿਪ ਫਲॉप ਐਕਟੀਵੇਟ ਹੋਏਗਾ। ਜਿਵੇਂ ਹੀ ਇਹ ਫਲਿਪ ਫਲॉप ਐਕਟੀਵੇਟ ਹੋਇਆ, ਜਿਹੜਾ ਕੰਟਰੋਲ, ਜੋ ਸਵਿਚ ਕੰਟਰੋਲ ਹੈ ਉਹ ਐਕਟੀਵੇਟ ਹੋ ਜਾਏਗਾ। ਇਹ ਜਿਹੜਾ ਇੰਟੀਗ੍ਰੇਟਰ ਸੀ ਪਹਿਲਾਂ ਵੀ ਨੂੰ ਇੰਟੀਗ੍ਰੇਟ ਕਰ ਰਿਹਾ ਸੀ, ਇਹ ਮੂਵ ਕਰ ਜਾਏਗਾ ਟੂ ਦ ਵੀ ਰੈਫਰੈਂਸ, ਇੱਥੇ ਆ ਜਾਏਗਾ ਤੇ ਆਪਣੇ ਦੂਸਰੀ ਇੰਟੀਗ੍ਰੇਸ਼ਨ ਜੋ ਹੈ ਉਹ ਸਟਾਰਟ ਹੋ ਜਾਏਗੀ ਵਿਦ ਯੋਰ ਰੈਫਰੈਂਸ ਵੋਲटेज and combining the both the time periods we will get your voltage is converted to the frequency and the output is seen. Now see this diagram, ਇਸ diagram ਦੇ ਵਿੱਚ ਦੇਖੋ ਪਹਿਲੇ ਹੀ ਇੰਟੀਗ੍ਰੇਸ਼ਨ ਕੀਤੀ ਸੀ V unknown voltage ਦੀ T1 ਲਿਆ, ਦੂਸਰੀ ਇੰਟੀਗ੍ਰੇਸ਼ਨ ਲਈ T2, ਤਾਂ ਇਸ ਨੂੰ ਜਦੋਂ ਦੂਸਰੇ ਨਾਲ ਕੰਪੈਰੀਜ਼ਨ ਕਰੋਗੇ ਤਾਂ ਦੂਸਰੀ ਵਾਰ ਇੰਟੀਗ੍ਰੇਟ ਕੀਤੀ ਤਾਂ ਵੋਲਟੇਜ ਨੇ ਸਲੋਪ ਜ਼ਿਆਦਾ ਹੋਗੀ, ਥਰਡ ਦੀ ਸਲੋਪ ਉਸ ਤੋਂ ਜ਼ਿਆਦਾ ਹੋਗੀ। ਇਸ ਦੇ ਨਾਲ ਆਪਣੇ ਕੋਲ ਕੀ ਹੁੰਦਾ ਹੈ, ਆਪਣੇ ਕੋਲ ਡਿਫਰੈਂਟ ਟਾਈਮ ਪੀਰੀਅਡਸ ਆਉਣਗੇ T1 ਪਲੱਸ T2, ਕੋਰਸਪੋਂਡਿੰਗਲੀ ਆਪਾਂ ਜੋ ਫ੍ਰੀਕੁਐਂਸੀ ਹੈ ਉਹ ਆ ਜਾਏਗੀ ਆਪਣੇ ਕੋਲ F ਇਜ਼ ਇਕੁਅਲ ਟੂ n ਟੋਟਲ ਟਾਈਮ ਪੀਰੀਅਡ ਅਪੋਨ ਦ ਗਿਵਨ ਯੂਨਿਟ ਆਫ ਦ T। ਇਸ ਦੇ ਨਾਲ ਆਪਣੇ ਕੋਲ ਫ੍ਰੀਕੁਐਂਸੀ ਜੋ ਹੈ ਉਹ ਆਪਾਂ ਫਾਈਂਡ ਕਰ ਸਕਦੇ ਹਾਂ। ਨੈਕਸਟ ਇਜ਼ ਯੋਰ ਡਿਜੀਟਲ ਮਲਟੀਮੀਟਰਸ। ਹੁਣ ਜੋ ਵੀ ਪਿੱਛੇ ਆਪਾਂ ਪੜ੍ਹੇ हैं दैट इज़ ऑल योर DVMs, दैट इज़ डिजिटल वोल्ट मीटर्स, ਤੇ ਟਾਈਪਸ ਆਫ ਵੇਰੀਅਸ ਡਿਜੀਟਲ ਵੋਲਟ ਮੀਟਰਸ, दैट इज़ योर रैम टाइप और योर स्टेयरकेस टाइप। ਹੁਣ ਆਪਾਂ ਪੜਾਂਗੇ ਡਿਜੀਟਲ ਮਲਟੀਮੀਟਰ। ਡਿਜੀਟਲ ਮਲਟੀਮੀਟਰ ਦਾ ਕੀ ਫੰਕਸ਼ਨ ਹੈ ਕਿ ਇਹਨੇ ਮਲਟੀਪਲ ਚੀਜ਼ਾਂ ਨੂੰ ਫਾਈਂਡ ਕਰਨਾ ਹੈ, दैट इज़ अ सिंगल इंस्ट्रूमेंट इज़ यूज टू फाइंड योर वोल्टेज, करंट और resistance. So digital multimeter which represent all these quantities in digital form as a display। ਹੁਣ ਦੇਖੋ ਇਸ ਦੇ ਵਿੱਚ ਕੀ ਹੋਏਗਾ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਆਪਾਂ ਕੀ ਮੇਜ਼ਰ ਕਰਨਾ ਹੈ, योर DC वोल्टेज, योर AC वोल्टेज, योर DC करंट और योर AC करंट और योर रेजिस्टेंस। ਕੋਰਸਪੋਂਡਿੰਗਲੀ ਅਗਰ ਆਪਾਂ DC ਵੋਲਟੇਜ ਨੂੰ ਦੇਖਣਾ ਹੈ ਤਾਂ ਆਪਾਂ DC ਅਟੈਨੂਏਟਰ ਲਗਾਇਆ ਤਾਂ ਤੁਹਾਡੇ ਕੋਲ DC ਵੋਲਟੇਜ ਜਨਰੇਟ ਹੋ ਜਾਏਗੀ, ਠੀਕ ਹੈ। ਇੱਥੇ ਤੋਂ ਜੇ ਤੁਸੀਂ AC ਵੋਲਟੇਜ ਨੂੰ ਮੇਜ਼ਰ ਕਰਨਾ ਹੈ ਤਾਂ AC ਵੋਲਟੇਜ ਨੂੰ ਆਪਾਂ ਡਾਇਰੈਕਟਲੀ ਮੇਜ਼ਰ ਨਹੀਂ ਕਰ ਸਕਦੇ, ਵੀ ਹੈਵ ਟੂ ਕਨਵਰਟ ਦੈਟ ਵੋਲਟੇਜ ਟੂ ਦ DC ਵੋਲਟੇਜ ਬਾਈ ਯੂਜ਼ਿੰਗ ਯੋਰ ਰੈਕਟੀਫਾਇਰ। ਤਾਂ ਜੋ AC ਵੋਲਟੇਜ ਸੀ AC ਅਟੈਨੂਏਟਰ ਦੇ ਥਰੂ ਪਾਸ ਹੋ ਕੇ ਰੈਕਟੀਫਾਇਰ ਤੋਂ ਵੋਲਟੇਜ ਜੋ ਹੈ ਦੈਟ ਇਜ਼ ਕਨਵਰਟਡ ਟੂ ਦ digital voltage and then the digital voltage is applied here. So if you want to measure your current is first converted to the voltage and that is applied here, and if you want to see the resistance of it उसके correspondingly आप current source लगा के your voltage is attained here। मतलब जिन्नी को ohms ਦੀ resistance है correspondingly ਤੁਹਾਡੇ ਕੋਲ voltage generate होगी। ਹੁਣ ਤੁਹਾਡੇ ਕੋਲ 4 points ਉੱਤੇ voltage ਹੈ, this is your digital voltage, this is your AC ਵੋਲਟੇਜ, ਕਰੰਟ ਔਰ ਓਮ ਮੀਟਰ। ਹੁਣ ਜਿਸ ਨੂੰ ਤੁਸੀਂ ਮੇਜ਼ਰ ਕਰਨਾ ਉਸ ਦੇ ਨਾਲ ਤੁਸੀਂ ਸਵਿਚ ਨੂੰ ਕਨੈਕਟ ਕਰੋਗੇ। ਕਨੈਕਟ ਕਰਨ ਤੋਂ ਬਾਅਦ ਜੋ ਤੁਹਾਡੇ ਕੋਲ ਵੋਲਟੇਜ ਹੈ ਦੈਟ ਇਜ਼ ਕਨਵਰਟਡ ਟੂ A to D ਕਨਵਰਟਰ। ਆਪਾਂ ਉਸ ਐਨਾਲੌਗ ਵੋਲਟੇਜ ਨੂੰ ਡਿਜੀਟਲ ਵੈਲਿਊ ਦੇ ਵਿੱਚ ਕਨਵਰਟ ਕਰਕੇ ਕਾਊਂਟਰ ਦੇ ਉੱਤੇ ਕਾਊਂਟ ਕਰਵਾ ਕੇ ਆਪਣੇ ਕੋਲ ਡਿਜੀਟਲੀ ਡਿਸਪਲੇ ਕਰਵਾ ਦਾਂਗੇ। ਬੇਸਿਕ ਜੋ ਡਿਫਰੈਂਸ ਹੈ ਬਿਟਵੀਨ ਐਨਾਲੌਗ ਮਲਟੀਮੀਟਰ ਐਂਡ ਡਿਜੀਟਲ ਮਲਟੀਮੀਟਰ ਇਜ਼ ਦੈਟ ਕਿ ਐਨਾਲੌਗ ਦੇ ਵਿੱਚ ਜਿਹੜੀ ਵੈਲਿਊ ਹੁੰਦੀ ਹੈ ਉਹਨੂੰ ਆਪਾਂ ਡਾਇਰੈਕਟਲੀ ਡਿਸਪਲੇ ਕਰਵਾ ਦਿੰਦੇ ਹਾਂ ਸਕਰੀਨ ਦੇ ਉੱਤੇ, ਬਟ ਡਿਜੀਟਲ ਮਲਟੀਮੀਟਰ 'ਚ ਆਪਾਂ ਫਸਟਲੀ ਉਸ ਐਨਾਲੌਗ ਵੈਲਿਊ ਨੂੰ ਡਿਜੀਟਲ ਦੇ ਵਿੱਚ ਕਨਵਰਟ ਕਰਦੇ ਹਾਂ ਬਾਈ ਔਰ ਯੂਜ਼ਿੰਗ A to D ਕਨਵਰਟਰ, and then correspondingly the pulses are counted and then the signal is displayed on the output. This is the main difference between your analog multimeter and your digital multimeter. Next is
ਹਾਊ ਫ੍ਰੀਕੁਐਂਸੀ ਐਂਡ ਟਾਈਮ ਇਜ਼ ਮੇਜਰਡ। ਮਤਲਬ ਅਗਰ ਮੈਂ ਫ੍ਰੀਕੁਐਂਸੀ ਨੂੰ ਮੇਜਰ ਕਰਨਾ ਹੈ ਜਾਂ ਟਾਈਮ ਨੂੰ ਮੇਜਰ ਕਰਨਾ ਹੈ, ਮੈਂ ਕਿਵੇਂ ਮੇਜਰ ਕਰ ਸਕਦਾ? ਮੇਰੇ ਕੋਲ ਇਸ ਦੇ ਵਾਸਤੇ ਇੱਕੋ ਹੀ ਲੌਜਿਕ ਹੈ ਕਿ ਅਗਰ ਮੇਰੇ ਕੋਲ ਕੋਈ ਅਨਨੋਨ ਫ੍ਰੀਕੁਐਂਸੀ ਹੈ ਅਤੇ ਉਸ ਨੂੰ ਮੈਂ ਮੇਜਰ ਕਰਨਾ ਹੈ, ਤਾਂ ਮੈਂ ਉਹਨੂੰ ਕੰਪੇਅਰ ਕਰੂੰਗਾ ਵਿਦ ਦ ਨੋਨ ਫ੍ਰੀਕੁਐਂਸੀ। ਮੈਂ ਉਹੀ ਕਹਿ ਰਿਹਾ ਕਿ ਅਗਰ ਕਿਸੇ ਫ੍ਰੀਕੁਐਂਸੀ ਨੂੰ ਆਪਾਂ ਮੇਜਰ ਕਰਨਾ ਹੈ, ਤਾਂ ਉਹਨੂੰ ਮੇਜਰ ਆਪਾਂ ਤਾਂ ਹੀ ਕਰ ਸਕਦੇ ਹਾਂ ਜਦੋਂ ਆਪਣੇ ਕੋਲ ਇੱਕ ਨੋਨ ਫ੍ਰੀਕੁਐਂਸੀ ਸਿਗਨਲ ਹੋਵੇ, ਤਾਂ ਹੀ ਆਪਾਂ ਦੋਨਾਂ ਦਾ ਕੰਪੈਰੀਜ਼ਨ ਕਰਾਂਗੇ। ਹੁਣ ਸਿੰਪਲ ਇੱਕ ਐਗਜ਼ਾਮਪਲ ਲੈ ਲਓ, ਮੈਂ ਕੋਈ ਵੀ ਚੀਜ਼ ਮੇਜਰ ਕਰਨੀ ਹੈ ਕਿ 10 ਮੀਟਰਸ ਹੈ, ਤਾਂ 10 ਮੀਟਰ ਨੂੰ ਮੇਜਰ ਕਰਨ ਵਾਸਤੇ ਮੈਨੂੰ 10 ਮੀਟਰ ਦਾ ਇੱਕ ਸਕੇਲ ਤਾਂ ਲੈਣਾ